हेलो स्टूडेंट्स, ਆਪਾਂ प्रीवियस टॉपिक ਕੀਤਾ ਸੀ ਸਰਕੂਲਰ ਫਲੋ ਆਫ ਇਨਕਮ ਐਂਡ ਆਊਟਪੁੱਟ ਕਿ ਸਾਡੇ ਇਕਨੋਮੀ ਦੇ ਵਿੱਚ ਕਿਹੜੇ-ਕਿਹੜੇ ਸੈਕਟਰਸ ਹੁੰਦੇ ਆ ਔਰ ਰੀਅਲ ਫਲੋ ਤੇ ਮਨੀ ਫਲੋ ਕਿਸ ਨੂੰ ਕਹਿੰਦੇ ਆ। ਸੋ ਸਾਡਾ ਅੱਜ ਦਾ ਨੈਕਸਟ ਟੌਪਿਕ ਹੈ ਡਿਫਰੈਂਟ ਸੈਕਟਰਸ ਆਫ ਇਨਕਮ ਐਂਡ ਆਊਟਪੁੱਟ ਫਲੋ। ਉਹਦੇ ਵਿੱਚ ਫਸਟ ਹੈ ਟੂ ਸੈਕਟਰ ਮॉडल, सेकंड है थ्री सेक्टर मॉडल, नेक्स्ट है फोर सेक्टर मॉडल। नाम तो क्लीयर है कि ये टू सैक्टर्स इनकलूड होंगे, ये थ्री सैक्टर्स इनकलूड होंगे और लास्ट के फोर सैक्टर्स इनकलूड होंगे। सो सब तो पहला असी करांगे टू सैक्टर मॉडल ऑफ इनकम एंड आउटपुट। आमदन ਅਤੇ ਉਤਪਾਦਨ ਦਾ ਦੋ ਖੇਤਰੀ ਮਾਡਲ। ਇਹਦੇ ਵਿੱਚ ਕੀ ਆ, ਜਿੱਦਾਂ ਅਸੀਂ ਪਹਿਲੇ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਟੂ ਸੈਕਟਰਸ ਹੁੰਦੇ ਆ। ਕਿਹੜੇ ਕਿਹੜੇ? ਇੱਕ ਹੁੰਦਾ ਆ ਪ੍ਰੋਡਿਊਸਰ ਸੈਕਟਰ, ਜੋ ਕਿ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ। और दूसरे पासे हुंदा है हाउस होल्ड सैक्टर, जो कि उत्पादन के साधनों नूं प्रोड्यूसर सैक्टर नूं सप्लाई करते हैं और जो प्रोड्यूसर सैक्टर वस्तुओं का उत्पादन करता है उसनूं कंज्यूम करता है, यूज़ करता है। नैक्सट एक हुंदी है क्लोज्ड इकोनॉमी, बंद अर्थव्यवस्था। बंद अर्थव्यवस्था वो होंगी है जो कि पूरी तरह बंद होंगी है, मतलब कि जिहदा बाहरले देशों के नाल कोई भी कनैक्शन या कोई भी व्यापार नहीं होंदा। सो वो वाली इकॉनमी जिहदे विच किसी देश का बाकी देशों के नाल आयात निर्यात नहीं होंदा, उसनूं क्लोज्ड इकॉनमी, बंद इकॉनमी जां बंद अर्थव्यवस्था कहा जाता है। ये तुहानूं 1 मार्क के लिए भी पूछा जा सकता कि क्लोज्ड इकॉनमी किहड़ी इकॉनमी होंदी है। थर्ड, ਇਹਦੇ ਵਿੱਚ गवर्नमेंट का कोई भी रोल ਜਾਂ कोई भी दखल अंदाजी नहीं होंदी। सिर्फ ਇਹਦੇ ਵਿੱਚ दो ही सैक्टर ਹੁੰਦੇ ਆ, गवर्नमेंट सैक्टर नहीं ਹੁੰਦਾ, इस करके ਇਹਦੇ ਵਿੱਚ गवर्नमेंट की कोई भी दखल अंदाजी नहीं होवेगी। ਹੋਰ ਇਹਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ कि जिन्नी भी हाउस होल्ड सैक्टर नूं प्रोड्यूसर सैक्टर तो इनकम प्राप्त होंदी आ, वो सारी दी सारी इनकम यूज़ कर लेंदे आ। कुछ भी उहदे विचों सेव नहीं करते, इस करके इहदे विच फाइनैंशियल सैक्टर भी नहीं हुंदा, क्योंकि जो भी वो सेविंग करनगे वो बैंकां दे विच जमा करवाई जाती है। इस करके इहदे विच फाइनैंशियल सैक्टर भी नहीं हुंदा ते जिहड़ी उन्हां नूं इनकम प्राप्त होएगी वो सारी दी सारी कंज्यूम कर ली जाएगी। हुण जिहड़े असीं 4 पॉइंट्स कहंदे आ, इन्हां नूं बोलदे आ एजम्पशनस जां मानतावां, कि अगर ये चीज़ां होणगीआं तां ही टू सैक्टर मॉडल होएगा। नैक्सट असीं करांगे इहनूं एक डायग्राम दे थ्रू। इधर है प्रोड्यूसर सैक्टर, जिन्हें तुसीं कहने आ उत्पादक सैक्टर। इधर है हाउस होल्ड सैक्टर, घरेलू खेतर। हुण की होएगा, घरेलू खेतर दे कोल जिन्ने भी उत्पादन के साधन अवेलेबल हैं, फैक्टर्स ऑफ प्रोडक्शन ਜਿਹੜੇ ਆਪਾਂ ਕੀਤੇ ਸੀ, लैंड, लेबर, कैपिटल, एंटरप्रेन्योर,
ਉਹ ਸਾਰੇ ਦੇ ਸਾਰੇ ਹਾਊਸਹੋਲਡ ਸੈਕਟਰ ਜਿੱਥੇ ਅਸੀਂ ਰਹਿੰਦੇ ਹਾਂ ਪੂਰੇ ਸਮਾਜ ਦੇ ਵਿੱਚ ਘਰੇਲੂ ਖੇਤਰ ਉਹਦੇ ਵਿੱਚ ਕੀ ਆ ਸਾਰੇ ਹੀ ਫੈਕਟਰਸ ਦੇ ਜਿਹੜੇ ਸਾਧਨ ਹੁੰਦੇ ਆ ਪ੍ਰੋਡਕਸ਼ਨ ਦੇ ਉਹ ਅਵੇਲੇਬਲ ਹੁੰਦੇ ਆ। ਇਸ ਕਰਕੇ ਉਹ ਜਿੰਨੇ ਵੀ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ ਉਹ ਉਹਨਾਂ ਨੂੰ ਕੀ ਕਰਦਾ ਹੈ ਪ੍ਰੋਡਿਊਸਰ ਸੈਕਟਰ ਨੂੰ ਦੇ ਦਿੰਦਾ ਹੈ। ਪ੍ਰੋਡਿਊਸਰ ਸੈਕਟਰ ਨੈਕਸਟ ਕੀ ਕਰਦਾ ਆ ਉਹਨਾਂ ਵਸਤੂਆਂ ਨੂੰ ਜਾਂ ਉਹਨਾਂ ਸਾਧਨਾਂ ਨੂੰ ਯੂਜ਼ ਕਰਕੇ ਵਸਤੂਆਂ ਦਾ ਅਤੇ ਸੇਵਾਵਾਂ ਦਾ ਨਿਰਮਾਣ ਕਰਦੇ ਹਨ। ਗੁੱਡਸ ਐਂਡ ਸਰਵਿਸਿਜ਼ ਕਿ ਜਦੋਂ ਇਹਨਾਂ ਨੇ ਕੀ ਆ ਜਾਂ ਤਾਂ ਉਹ ਗੁੱਡਸ ਐਂਡ ਸਰਵਿਸਿਜ਼ ਦੀ ਫੋਰਮ ਦੇ ਵਿੱਚ ਦੇ ਦੂਗੇ ਠੀਕ ਹੈ ਕਿਉਂਕਿ ਅਸੀਂ 2 ਸੈਕਟਰ ਦੀ ਗੱਲ ਕੀਤੀ ਆ। ਸੋ ਇਹਦੇ ਨਾਲ ਕੀ ਹੋਣਾ ਆ ਕਿ ਜਦੋਂ ਹਾਊਸਹੋਲਡ ਸੈਕਟਰ ਨੇ ਆਪਣੇ ਉਤਪਾਦਨ ਦੇ ਸਾਧਨ ਪ੍ਰੋਡਿਊਸਰ ਸੈਕਟਰ ਦੇਣੇ ਆ ਤਾਂ ਉਹ ਉਹਨਾਂ ਨੂੰ ਕੀ ਆ ਬਦਲੇ ਦੇ ਵਿੱਚ ਫੈਕਟਰ ਕਾਸਟ ਵੀ ਦੇਣਗੇ। ਫੈਕਟਰ ਕਾਸਟ ਮਤਲਬ ਰੈਂਟ, ਵੇਜਿਸ, ਇੰਟਰਸਟ ਐਂਡ ਪ੍ਰੋਫਿਟ ਜੋ ਅਸੀਂ ਉਤਪਾਦਨ ਦੇ ਸਾਧਨਾਂ ਦੇ ਬਦਲੇ ਪੇਮੈਂਟਸ ਕਰਦੇ ਹਾਂ ਠੀਕ ਹੈ। ਹਾਊਸਹੋਲਡ ਸੈਕਟਰ ਨੇ ਪ੍ਰੋਡਿਊਸਰ ਸੈਕਟਰ ਨੂੰ ਦੇਣੇ ਉਤਪਾਦਨ ਦੇ ਸਾਧਨ, ਬਦਲੇ ਦੇ ਵਿੱਚ ਕੀ ਕਰਨਾ ਹੈ ਪ੍ਰੋਡਿਊਸਰ ਸੈਕਟਰ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੀਆਂ ਫੈਕਟਰ ਕਾਸਟ ਹੈ ਜਾਂ ਸਾਧਨ ਲਾਗਤ ਹੈ ਉਹ ਦੇਵੇਗਾ। ਇਸੇ ਤਰ੍ਹਾਂ ਪ੍ਰੋਡਿਊਸਰ ਸੈਕਟਰ ਉਹਨਾਂ ਦੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਕੇ ਗੁੱਡਸ ਐਂਡ ਸਰਵਿਸਿਜ਼ ਬਣਾਏਗਾ। ਸੋ ਜਦੋਂ ਪ੍ਰੋਡਿਊਸਰ ਸੈਕਟਰ ਨੇ ਇਹਨਾਂ ਨੂੰ ਪੈਸੇ ਦੇ ਦੇਣੇ ਆ ਉਹਨਾਂ ਦੇ ਕੰਮ ਦੇ ਬਦਲੇ ਤਾਂ ਇਹਦੇ ਕੋਲ ਕੀ ਹੈ ਆਮਦਨ ਆ ਜਾਏਗੀ। ਸੋ ਆਪਾਂ ਪਹਿਲਾਂ ਹੀ ਮੰਨਿਆ ਸੀ ਕਿ ਉਹਨੇ ਸਾਰੀ ਦੀ ਸਾਰੀ ਇਨਕਮ ਯੂਜ਼ ਕਰਨੀ ਹੈ। ਸੋ ਜਿਹੜੀ ਵੀ ਹਾਊਸਹੋਲਡ ਸੈਕਟਰ ਦੇ ਕੋਲ ਇਨਕਮ ਆਏਗੀ ਉਹ ਉਹਨਾਂ ਨੇ ਕੀ ਹੈ ਫਿਰ ਖਰਚ ਕਰ ਦੇਣੀ ਆ ਪ੍ਰੋਡਿਊਸਰ ਸੈਕਟਰ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ। ਇਸ ਕਰਕੇ ਇਹਨੂੰ ਬੋਲਦੇ ਆ ਕੰਜ਼ੰਪਸ਼ਨ ਐਕਸਪੈਂਡੀਚਰ, ਉਪਭੋਗ ਖਰਚ। ਸੋ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਇੱਕ ਵਾਰ ਮੈਂ ਦੁਬਾਰਾ ਦੱਸ ਦਿੰਦੀ ਹਾਂ ਡਾਇਗਰਾਮ ਨੂੰ। ਇਹਦੇ ਵਿੱਚ 2 ਸੈਕਟਰ ਹੁੰਦੇ ਆ ਪ੍ਰੋਡਿਊਸਰ ਸੈਕਟਰ ਐਂਡ ਹਾਊਸਹੋਲਡ ਸੈਕਟਰ। ਹਾਊਸਹੋਲਡ ਸੈਕਟਰ ਦੇ ਵਿੱਚ ਜਿੰਨੇ ਵੀ ਉਤਪਾਦਨ ਦੇ ਸਾਧਨ ਅਵੇਲੇਬਲ ਆ ਉਹ ਪ੍ਰੋਡਿਊਸਰ ਸੈਕਟਰ ਨੂੰ ਦੇਣਗੇ ਵਸਤੂਆਂ ਅਤੇ ਸੇਵਾਵਾਂ ਦਾ ਨਿਰਮਾਣ ਕਰਨ ਦੇ ਲਈ। ਅਤੇ ਇਹਨਾਂ ਨੇ ਕੀ ਕਰਨਾ ਉਹਦੇ ਬਦਲੇ ਇੱਕ ਤਾਂ ਹਾਊਸਹੋਲਡ ਸੈਕਟਰ ਨੂੰ ਵਾਪਸ ਪੇਮੈਂਟਸ ਦੇ ਦੇਣੀ ਹੈ ਜਿੱਦਾਂ ਕਿ ਤੁਸੀਂ ਮੰਨ ਸਕਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਲੇਬਰ ਹੈ ਠੀਕ ਹੈ ਕਿਉਂਕਿ ਅਸੀਂ ਸਾਰੇ ਕੰਮ ਕਰਦੇ ਹਾਂ ਅਸੀਂ ਐਜ਼ ਅ ਲੇਬਰ ਆਪਣੇ ਆਪ ਨੂੰ ਲੈ ਲੈਂਦੇ ਹਾਂ। ਅਸੀਂ ਜਦੋਂ ਕੰਮ ਕਰਦੇ ਹਾਂ ਤਾਂ ਸਾਨੂੰ ਬਦਲੇ ਦੇ ਵਿੱਚ ਪੈਸੇ ਮਿਲਦੇ ਆ। ਸੋ ਅਸੀਂ ਕੀ ਹੈ ਉਹਨਾਂ ਨੂੰ ਫੈਕਟਰ ਆਫ ਪ੍ਰੋਡਕਸ਼ਨ ਦਿੱਤਾ ਠੀਕ ਹੈ ਲੇਬਰ, ਬਦਲੇ ਵਿੱਚ ਸਾਨੂੰ ਉਹਨਾਂ ਨੇ ਪੈਸੇ ਦਿੱਤੇ ਵੇਜਿਸ। ਹੁਣ ਕੀ ਹੈ ਕਿ ਜਦੋਂ ਅਸੀਂ ਕੰਮ ਆਪਣੇ ਪ੍ਰੋਡਕਸ਼ਨ ਦੇ ਸਾਧਨ ਦੇਵਾਂਗੇ ਤਾਂ ਉਹਨਾਂ ਨੇ ਕੀ ਹੈ ਵਸਤੂਆਂ ਅਤੇ ਸੇਵਾਵਾਂ ਦਾ ਨਿਰਮਾਣ ਵੀ ਕਰਨਾ ਹੈ। ਫਿਰ ਜਦੋਂ ਸਾਡੇ ਕੋਲ ਪੈਸੇ ਆ ਜਾਂਦੇ ਅਸੀਂ ਉਹੀ ਵਾਲਾ ਪੈਸਾ ਅਸੀਂ ਕਿੱਥੇ ਯੂਜ਼ ਕਰ ਲੈਂਦੇ ਹਾਂ ਪ੍ਰੋਡਿਊਸਰ ਸੈਕਟਰ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ। ਸੋ 2 ਸੈਕਟਰ ਮਾਡਲ ਕੀ ਸ਼ੋ ਕਰਦਾ ਹੈ 2 ਸੈਕਟਰਸ ਹੁੰਦੇ ਆ। ਇੱਕ ਕਲੋਜ਼ਡ ਇਕੋਨਮੀ ਹੁੰਦੀ ਹੈ। ਗੌਰਮੈਂਟ ਦਾ ਕੋਈ ਵੀ ਰੋਲ ਨਹੀਂ ਹੁੰਦਾ। ਗੌਰਮੈਂਟ ਦਾ ਰੋਲ ਨਹੀਂ ਹੁੰਦਾ ਮਤਲਬ ਗੌਰਮੈਂਟ ਨੇ ਇਹਦੇ ਵਿੱਚ ਕੋਈ ਵੀ ਪੋਲਿਸੀ ਨਹੀਂ ਬਣਾਈ, ਕੋਈ ਮੋਨੇਟਰੀ ਪੋਲਿਸੀ ਨਹੀਂ ਹੈ, ਕੋਈ ਇਨਕਮ ਨਾਲ ਰਿਲੇਟਡ ਪੋਲਿਸੀ ਨਹੀਂ ਹੈ, ਕੋਈ ਖਰਚੇ ਨਾਲ ਰਿਲੇਟਡ ਪੋਲਿਸੀ ਨਹੀਂ ਹੈ। ਸਾਰਾ ਹੀ ਜੋ ਪ੍ਰੋਸੀਜਰ ਚੱਲੇਗਾ ਉਹ ਇਹਨਾਂ 2 ਸੈਕਟਰਸ ਨੂੰ ਲੈ ਕੇ ਹੀ ਚੱਲੇਗਾ।